ਸੰਗਤ ਜੀ, ਅੱਜ ਆਪਾਂ ਅਗਲਾ ਭਾਗ ਤਾਜੁਦੀਨ ਹੋਣਾ ਦੀ ਡਾਇਰੀ ਦਾ ਸ਼ੁਰੂ ਕਰਦੇ ਹਾਂ ਜੀ, ਜੋ ਗੁਰੂ ਨਾਨਕ ਦੇਵ ਜੀ ਦੇ ਅਰਬ ਫੇਰੀ ਬਾਰੇ ਸਾਨੂੰ ਆਪਣੀ ਹੱਥੀਂ ਲਿਖੀ ਡਾਇਰੀ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦਾ ਅੱਖੀਂ ਡਿੱਠਾ ਯਾਤਰਾ ਦਾ ਹਾਲ ਦੱਸ ਰਹੇ ਨੇ। ਇਹ ਜਿਹੜੀ ਡਾਇਰੀ ਹੈ ਲਿਖੀ ਸੀ ਤਾਜੁਦੀਨ ਨਕਸ਼ਬੰਦੀ ਹੋਣਾ ਨੇ। 1500 ਕੁਛ, ਮੈਨੂੰ ਪੱਕਾ ਸਨ ਯਾਦ ਨਹੀਂ ਹੈ। ਅਤੇ ਫਿਰ ਇਹਦੀ ਕਾਪੀ ਕੀਤੀ ਹੈ ਭਾਈ ਸਾਹਿਬ ਸਰਦਾਰ ਪ੍ਰਿਥਵੀਪਾਲ ਸਿੰਘ ਹੋਣੀ, ਜਿਨ੍ਹਾਂ ਦਾ ਪਹਿਲਾ ਨਾਂ ਸੀ ਸੈਯਦ ਮੁਸ਼ਤਾਕ ਹੁਸੈਨ ਸ਼ਾਹ। ਫਿਰ ਅੰਮ੍ਰਿਤਪਾਨ ਕਰਕੇ ਸਿੰਘ ਸੱਜ ਗਿਆ ਸੀ। ਇਹ ਜਿਹੜੇ ਭਾਈ ਸਾਹਿਬ ਨੇ ਸਰਦਾਰ ਪ੍ਰਿਥਵੀਪਾਲ ਸਿੰਘ, ਇਹਨਾਂ ਨੇ ਸ਼ਾਇਦ ਅਰਬੀ ਭਾਸ਼ਾ ਵਿੱਚ ਇਹ ਲਿਖਿਆ ਹੈ, ਅਤੇ ਫਿਰ ਇਹਦਾ ਉਲੱਥਾ ਸਰਦਾਰ ਇੰਦਰਜੀਤ ਸਿੰਘ ਹੋਣਾ ਨੇ ਇੰਗਲਿਸ਼ ਕੀਤਾ, ਜਿੱਥੋਂ ਦਾਸੀ ਪੜ੍ਹ ਕੇ ਆਪ ਜੀ ਦੇ ਨਾਲ ਸਾਂਝਾ ਕਰ ਰਹੀ ਹੈ। ਇਹ ਜਿਹੜੇ ਭਾਈ ਸਾਹਿਬ ਪ੍ਰਿਥਵੀਪਾਲ ਸਿੰਘ ਹੋਏ ਨੇ, ਜਦੋਂ ਇਹਨਾਂ ਨੇ ਬਾਬਾ ਜੀ ਦੀ ਇਹ ਫੇਰੀ ਜੋ ਕਿ ਤਾਜੁਦੀਨ ਹੋਣਾ ਨੇ ਲਿਖੀ ਹੈ, ਇਹ ਮੱਕੇ 'ਚੋਂ ਲੈ ਕੇ ਪੜ੍ਹੀ, ਜਿਹਦਾ ਨਾਂ ਹੈਗਾ ਸਹਾਇਤੋ ਬਾਬਾ ਨਾਨਕ। ਤਾਂ ਜਿਵੇਂ ਜਿਵੇਂ ਇਹ ਪੜ੍ਹਦੇ ਗਏ, ਇਹਨਾਂ ਦਾ ਮਨ ਗੁਰੂ ਨਾਨਕ ਦੇਵ ਜੀ ਦਾ ਸੇਵਕ ਬਣਨ ਲਈ ਬਣਦਾ ਗਿਆ। ਫਿਰ ਇਹਨਾਂ ਨੇ ਆਪਣੇ ਪਿਤਾ ਜੀ ਨਾਲ ਗੱਲ ਕੀਤੀ, ਪਰ ਇਹਨਾਂ ਦੇ ਪਿਤਾ ਜੀ ਦੇ ਨਾਲ ਇਹਨਾਂ ਨੇ ਬਹੁਤ ਅਦਬ ਦੇ ਨਾਲ, ਬਹੁਤ ਰਿਸਪੈਕਟ ਦੇ ਨਾਲ, ਬਹੁਤ ਇੱਜ਼ਤ ਦੇ ਨਾਲ ਗੱਲ ਕੀਤੀ, ਹਮੇਸ਼ਾ ਆਪਣੇ ਪਿਤਾ ਜੀ ਦੇ ਨਾਲ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਸਾਰੀਆਂ ਗੱਲਾਂ ਸੁਣਾਈਆਂ। ਇਹਨਾਂ ਨੇ 2 ਹੋਰ ਕਿਤਾਬਾਂ ਵੀ ਪੜ੍ਹੀਆਂ। ਸ਼ਾਇਦ ਜਦੋਂ ਮੈਨੂੰ ਉਹਨਾਂ ਦਾ ਨਾਂ ਪਤਾ ਲੱਗਿਆ, ਆਪਾਂ ਅੱਗੇ ਉਹਨਾਂ ਦਾ ਨਾਂ ਵੀ ਜ਼ਿਕਰ ਕਰਾਂਗੇ। 3 ਕਿਤਾਬਾਂ ਇਹਨਾਂ ਨੂੰ ਇਹ ਮੱਕੇ ਦੀ ਲਾਇਬ੍ਰੇਰੀ 'ਚੋਂ ਮਿਲੀਆਂ ਸੀ, ਜਿਨ੍ਹਾਂ ਦੀ, ਕਿਉਂਕਿ ਉਹਨਾਂ ਦਿਨਾਂ ਵਿੱਚ ਫੋਟੋ ਕਾਪੀਅਰ ਨਹੀਂ ਸੀ ਹੁੰਦੇ, ਤਾਂ ਇਹਨਾਂ ਨੇ ਹੂ ਬਹੂ ਹੱਥ ਨਾਲ ਲਿਖ ਕੇ ਉਹ ਬਾਹਰ ਲੈ ਕੇ ਆਏ, ਕਿਉਂਕਿ ਮੱਕੇ ਦੇ ਵਿੱਚੋਂ ਉਹ ਤਾਂ ਲਾਇਬ੍ਰੇਰੀ 'ਚੋਂ ਲਿਆ ਨਹੀਂ ਸੀ ਸਕਦੇ। ਫਿਰ ਇਹਨਾਂ ਨੇ ਹੂ ਬਹੂ ਹੱਥ ਦੇ ਨਾਲ ਲਿਖ ਕੇ ਉਹ 3 ਕਿਤਾਬਾਂ ਬਾਹਰ ਸੰਗਤ ਦੇ ਨਾਲ ਸਾਂਝੀਆਂ ਕੀਤੀਆਂ। ਵਾਹਿਗੁਰੂ ਜੀ, ਵਾਹਿਗੁਰੂ ਜੀ, ਸੱਚੇ ਪਾਤਸ਼ਾਹ ਜੀ। ਅਤੇ ਫਿਰ ਇਹ ਦੱਸਦੇ ਨੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਸੇਵਕ ਬਣਨ ਦੇ ਲਈ, ਮੁਰੀਦ ਬਣਨ ਦੇ ਲਈ ਇਹਨਾਂ ਦੇ ਮਨ ਦੇ ਵਿੱਚ ਚਾਅ ਉੱਠਿਆ, ਤਾਂ ਇਹਨਾਂ ਨੇ ਅੱਗੇ ਜਾ ਕੇ, ਜਦੋਂ ਇਹ ਪਿਤਾ ਜੀ ਨੇ ਵਿਰੋਧ ਕੀਤਾ, ਫਿਰ ਇਹ ਅੱਗੇ ਸੰਗਤ ਕੋਲ ਗਏ, ਆਲੇ ਦੁਆਲੇ ਅਰਬ ਦੇਸ਼ਾਂ ਦੀ। ਜਿੱਥੇ ਵੀ ਕਿਤੇ ਗਏ, ਸੰਗਤ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਲਈ ਬਹੁਤ ਬੇਤਹਾ ਪ੍ਰੇਮ ਸੀ। ਉਹ ਸਮਝਦੇ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਅੱਲਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਰੂਪ ਵਿੱਚ ਧਰਤੀ 'ਤੇ ਆਇਆ। ਉਹ ਗੁਰੂ ਨਾਨਕ ਦੇਵ ਜੀ ਨੂੰ ਅੱਲਾ ਹੀ ਸਮਝਦੇ ਸੀ। ਕਹਿੰਦੇ ਸੀ ਅੱਲਾ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਨ ਕਰਕੇ ਇੱਥੇ ਆਇਆ। ਅੱਜ ਵੀ ਉਹ ਕਹਿੰਦੇ ਅਰਬ ਦੇਸ਼ਾਂ ਦੇ ਵਿੱਚ ਤਕਰੀਬਨ 15% ਲੋਕ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਨੇ ਅਤੇ ਜਪਜੀ ਸਾਹਿਬ ਦਾ ਪਾਠ ਕਰਦੇ ਨੇ। ਵਾਹਿਗੁਰੂ ਜੀ, ਵਾਹਿਗੁਰੂ ਜੀ। ਅਤੇ ਫਿਰ ਇਹ ਭਾਈ ਸਾਹਿਬ ਦੱਸ ਰਹੇ ਨੇ, ਜਦੋਂ ਕਹਿੰਦੇ ਵੀ ਮੈਨੂੰ ਆਲੇ ਦੁਆਲਿਓਂ ਸਾਰੇ, ਮਤਲਬ ਜਿੱਥੋਂ ਵੀ ਪਤਾ ਕਰਾਂ ਤਾਂ ਸਾਰੇ ਕਹਿਣ ਵੀ ਗੁਰੂ ਨਾਨਕ ਦੇਵ ਜੀ ਅੱਲਾ ਦਾ ਰੂਪ ਨੇ। ਕਹਿੰਦੇ ਮੇਰੇ ਮਨ ਦੇ ਵਿੱਚ ਬੜੀ ਤਾਂਘ ਵੱਧਦੀ ਜਾਏ ਕਿ ਮੈਂ ਉਹਨਾਂ ਦਾ ਮੁਰੀਦ ਬਣ ਜਾਵਾਂ। ਉੱਧਰੋਂ ਪਿਤਾ ਜੀ ਵਿਰੋਧ ਕਰਨ। ਫਿਰ ਕਹਿੰਦੇ ਇੱਕ ਦਿਨ ਇਹਨਾਂ ਨੂੰ ਬੜੀ ਬੇਚੈਨੀ ਲੱਗੀ। ਕਹਿੰਦੇ ਫਿਰ ਮੈਂ ਰਾਤ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਹੀ ਅਰਦਾਸ ਕੀਤੀ ਵੀ ਤੁਸੀਂ ਮੈਨੂੰ ਰਸਤਾ ਦਿਖਾਓ। ਕਹਿੰਦੇ ਇਹ ਅਰਦਾਸ ਕਰਨ ਤੋਂ ਬਾਅਦ ਮੈਂ, ਕਹਿੰਦੇ, ਧਰਤੀ 'ਤੇ ਹੀ ਸੌਂ ਗਿਆ, ਮੈਨੂੰ ਨੀਂਦ ਆ ਗਈ। ਫਿਰ ਕਹਿੰਦੇ ਮੈਨੂੰ ਸੁਪਨੇ ਦੇ ਵਿੱਚ ਕੀ ਦਿਸਿਆ, ਆਪਾਂ ਥੋੜ੍ਹਾ ਜਿਹਾ ਉਹਦਾ ਵਰਣਨ ਕਰਦੇ ਹਾਂ। ਸੁਪਨੇ ਦੇ ਵਿੱਚ ਕਹਿੰਦੇ ਮੈਂ ਕੀ ਦੇਖਦਾ, ਜਿਸ ਤਰ੍ਹਾਂ ਕਹਿੰਦੇ ਵੀ ਸਾਡੇ ਇਸ ਤਰ੍ਹਾਂ ਹੈ ਨਾ ਕਿ ਕਿਆਮਤ ਦਾ ਦਿਨ ਹੋਣਾ, ਜਿਸ ਦਿਨ ਜੱਜਮੈਂਟ ਡੇ ਜਿਹਨੂੰ ਕਹਿੰਦੇ ਨੇ ਨਾ, ਕਿ ਮੁਸਲਮਾਨ ਵੀਰਾਂ ਦੇ ਵਿੱਚ ਉਸ ਦਿਨ ਸਾਰੇ ਮੁਰਦੇ ਖੜ੍ਹੇ ਹੋ ਜਾਣਗੇ ਅਤੇ ਉਹਨਾਂ ਦੇ ਪੁੰਨਾਂ ਪਾਪਾਂ ਦਾ ਪਰਮਾਤਮਾ ਵੱਲੋਂ, ਅੱਲਾ ਵੱਲੋਂ ਨਿਬੇੜਾ ਕੀਤਾ ਜਾਊ। ਕਹਿੰਦੇ ਉਹ ਦਿਨ ਮੈਨੂੰ ਦਿਸ ਰਿਹਾ ਅਤੇ ਸਾਰੇ ਆਪਣੀਆਂ ਕਬਰਾਂ ਵਿੱਚੋਂ ਉੱਠ ਕੇ ਖੜ੍ਹੇ ਹੋ ਗਏ। ਫਿਰ ਕਹਿੰਦੇ ਇੱਕ ਬਹੁਤ ਵੱਡਾ, ਜਿੱਦਾਂ ਕੋਈ ਥਰੋਨ ਜਿੱਦਾਂ ਹੁੰਦਾ ਨਾ, ਕੋਈ ਮਤਲਬ ਵੱਡੀ ਪਾਲਕੀ ਦੇ ਵਿੱਚ ਆਉਂਦੀ ਆ। ਕਹਿੰਦੇ ਮੈਂ ਸੋਚ ਰਿਹਾ ਵੀ ਇਹਦੇ ਵਿੱਚ ਅੱਲਾ ਹੋਊਗਾ ਸ਼ਾਇਦ।
ਵੀ ਕਿ ਜੱਜਮੈਂਟ ਵਾਲੇ ਕਿਆਮਤ ਵਾਲੇ ਦਿਨ ਅੱਲਾ ਨੇ ਫੈਸਲਾ ਕਰਨਾ। ਕਹਿੰਦੇ ਉਹ ਪਾਲਕੀ ਆ ਕੇ ਰੁਕ ਜਾਂਦੀ ਆ। ਫਿਰ ਕਹਿੰਦੇ ਸਾਰੇ ਉਸ ਪਾਲਕੀ ਵੱਲ ਦੇਖਦੇ ਨੇ। ਇੰਨੇ ਨੂੰ ਕਹਿੰਦੇ ਇੱਕ ਪਾਸਿਓਂ ਜੀਸਸ ਕ੍ਰਾਈਸਟ ਆਪਣੇ ਫੋਲੋਅਰਸ ਨਾਲ ਆਉਂਦੇ ਨੇ ਅਤੇ ਉਹ ਆਪਣੀ ਜਿਸ ਤਰ੍ਹਾਂ ਜਿਹੜੀਆਂ ਬਾਈਬਲ ਦੇ ਵਿੱਚ ਆਪਣੇ ਜਿਹੜੇ ਧਾਰਮਿਕ ਹੈਗੇ ਨੇ ਵਰਡ ਉਹ ਬੋਲ ਰਹੇ ਨੇ। ਫਿਰ ਕਹਿੰਦੇ ਸਾਰਿਆਂ ਦੀਆਂ ਅੱਖਾਂ ਉਹਨਾਂ 'ਤੇ ਟਿਕ ਗਈਆਂ ਵੀ ਹੁਣ ਜੀਸਸ ਕ੍ਰਾਈਸਟ ਸਾਡੇ ਪੁੰਨਾਂ ਪਾਪਾਂ ਦਾ ਫੈਸਲਾ ਕਰਵਾਉਣਗੇ। ਪਰ ਕਹਿੰਦੇ ਉਹ ਆ ਕੇ ਪਾਲਕੀ ਵੱਲ ਝੁਕੇ ਅਤੇ ਉਹ ਸੱਜੇ ਪਾਸੇ ਜਾ ਕੇ ਖੜ੍ਹੇ ਹੋ ਗਏ ਅਤੇ ਉਹਨਾਂ ਦੇ ਜਿਹੜੇ ਸੀਗੇ ਨਾਲ ਦੇ ਸੇਵਕ ਉਹ ਸਾਰੀ ਸੰਗਤ ਦੇ ਵਿੱਚ ਰਲ ਗਏ, ਜਿਹੜੇ ਹੋਰ ਖੜ੍ਹੇ ਸੀਗੇ। ਅਤੇ ਕਹਿੰਦੇ ਫਿਰ ਜਿੱਦਾਂ ਸਾਰਿਆਂ ਦੀਆਂ ਆਸਾਂ ਜਿੱਦਾਂ ਉੱਥੇ ਹੀ ਰਹਿ ਗਈਆਂ। ਉਹ ਤੋਂ ਬਾਅਦ ਫਿਰ ਕਹਿੰਦੇ ਮੋਜ਼ਸ ਆਏ। ਫਿਰ ਸਾਰਿਆਂ ਦੀਆਂ ਅੱਖਾਂ ਉਹਨਾਂ ਵੱਲ ਤੱਕਣ ਲੱਗੀਆਂ ਕਿ ਵੀ ਇਹ ਹੁਣ ਸਾਡੇ ਪਾਪ ਪੁੰਨਾਂ ਦਾ ਫੈਸਲਾ ਕਰਾਉਣਗੇ ਅਤੇ ਸਾਡਾ ਨਿਬੇੜਾ ਹੋਊ। ਕਹਿੰਦੇ ਉਹਨਾਂ ਦੇ ਵੀ ਇੱਦਾਂ ਹੀ ਹੋਇਆ। ਸੱਜੇ ਪਾਸੇ ਉਹ ਜਾ ਕੇ ਆਪ ਖੜ੍ਹੇ ਹੋ ਗਏ, ਪਾਲਕੀ ਨੂੰ ਸਿਰ ਝੁਕਾ ਕੇ। ਉਹਨਾਂ ਦੇ ਜਿਹੜੇ ਸੇਵਕ ਸੀ ਉਹ ਬਾਕੀ ਦੀ ਭੀੜ ਵਿੱਚ ਆ ਗਏ। ਇਸ ਤਰ੍ਹਾਂ ਹੀ ਇੱਕ ਹੋਰ ਆਏ ਕਹਿੰਦੇ ਚੌਥੇ ਨੰਬਰ ਉਹਨਾਂ ਨੇ ਵੀ ਇੱਦਾਂ ਹੀ ਕੀਤਾ। ਚੌਥੇ ਨੰਬਰ 'ਤੇ ਹਜ਼ਰਤ ਮੁਹੰਮਦ ਸਾਹਿਬ ਆਏ। ਫਿਰ ਕਹਿੰਦੇ ਸਾਰੇ ਵਾਲੇ ਸੁਬਹਾਨ ਸੁਬਹਾਨ ਦੀਆਂ ਆਵਾਜ਼ਾਂ ਆਈਆਂ ਅਤੇ ਸਾਰਿਆਂ ਦੀਆਂ ਅੱਖਾਂ ਹਜ਼ਰਤ ਮੁਹੰਮਦ ਜੀ 'ਤੇ ਲੱਗ ਗਈਆਂ ਕਿ ਵੀ ਹੁਣ ਇਹ ਸਾਡਾ ਫੈਸਲਾ ਕਰਾਉਣਗੇ ਵੀ ਸਾਡੇ ਪਾਪਾਂ ਪੁੰਨਾਂ ਦਾ। ਕਹਿੰਦੇ ਫਿਰ ਵੀ ਉੱਦਾਂ ਹੀ ਹੋਇਆ। ਉਹਨਾਂ ਨੇ ਪਾਲਕੀ 'ਤੇ ਸਿਰ ਝੁਕਾਇਆ, ਸੱਜੇ ਪਾਸੇ ਖੜ੍ਹੇ ਹੋਏ। ਉਹਨਾਂ ਦੇ ਜਿਹੜੇ ਸੇਵਕ ਸੀ ਉਹ ਬਾਕੀ ਦੀ ਭੀੜ ਵਿੱਚ ਆ ਗਏ। ਫਿਰ ਕਹਿੰਦੇ ਕੀ ਹੁੰਦਾ, ਫਿਰ ਕਹਿੰਦੇ ਇੱਕ ਜਿਵੇਂ ਬੜੀ ਸ਼ਾਂਤਮਈ ਕਹਿੰਦੇ ਜਿੱਦਾਂ ਸ਼ਾਂਤਮਈ ਵਾਤਾਵਰਨ ਦੇ ਵਿੱਚ ਬੜੀ ਜਿੱਦਾਂ ਲਾਈਟ ਵਾਲੇ ਆ ਰਹੇ ਨੇ, ਜਿਨ੍ਹਾਂ ਦੇ ਚਿਹਰੇ 'ਤੇ ਬੜੀ ਲਾਈਟ ਆ। ਕਹਿੰਦਾ ਮੈਂ ਦੇਖਦਾ ਕਿ ਗੁਰੂ ਨਾਨਕ ਪਾਤਸ਼ਾਹ ਆ ਰਹੇ ਨੇ। ਉਹਨਾਂ ਦੇ ਸਿਰ 'ਤੇ ਚਿੱਟੀ ਗੋਲ ਪੱਗ ਬੰਨ੍ਹੀ ਹੈ। ਉਹਨਾਂ ਦਾ ਚੋਲਾ ਉਹਨਾਂ ਦੇ ਗੋਡਿਆਂ ਤੱਕ ਹੈ, ਥੋੜ੍ਹਾ ਗੋਡਿਆਂ ਤੋਂ ਨੀਵਾਂ। ਬੜੇ ਉਹਨਾਂ ਦੇ ਚਿਹਰੇ 'ਤੇ ਨੂਰ ਹੈ ਕਹਿੰਦੇ। ਅਤੇ ਉਹਨਾਂ ਦੀਆਂ ਜਿਹੜੀਆਂ ਬਾਹਾਂ ਨੇ ਕਹਿੰਦੇ ਉਹ ਉਹਨਾਂ ਦੇ ਗੋਡਿਆਂ ਤੱਕ ਲੰਬੀਆਂ ਨੇ, ਉਂਗਲਾਂ ਗੋਡਿਆਂ ਤੋਂ ਹੇਠਾਂ ਜਾ ਰਹੀਆਂ ਨੇ। ਕਹਿੰਦੇ ਵੀ ਮਤਲਬ ਬੜੀ ਸ਼ਾਂਤੀ ਦਾ ਮਾਹੌਲ ਬੱਝਿਆ। ਜਿਹਦੇ ਵੱਲ ਵੀ ਉਹ ਆਲੇ ਦੁਆਲੇ ਦੇਖ ਰਹੇ ਨੇ ਸਾਰੀ ਦੁਨੀਆ ਸ਼ਾਂਤ ਹੋ ਰਹੀ ਹੈ ਕਹਿੰਦੇ। ਅਤੇ ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਨੇ ਕਹਿੰਦੇ ਇੱਕ ਕੇਸਰੀ ਰੰਗ ਦਾ ਝੰਡਾ ਚੁੱਕਿਆ ਹੋਇਆ। ਫਿਰ ਕਹਿੰਦੇ ਇਹ ਸਾਰਾ ਸੁਪਨੇ ਦਾ ਹਾਲ ਦੱਸ ਰਹੇ ਨੇ। ਫਿਰ ਕਹਿੰਦੇ ਹੌਲੀ ਹੌਲੀ ਵਿੱਚੋਂ ਬੜੀ ਸੁਰੀਲੀ ਮੱਧਮ ਮਿੱਠੀ ਆਵਾਜ਼ ਦੇ ਵਿੱਚ ਉਹਨਾਂ ਦੇ ਸੇਵਕਾਂ ਵੱਲੋਂ ਵਾਹਿਗੁਰੂ 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 ਦੀਆਂ ਧੁਨਾਂ ਆਲਾਪ ਹੋ ਰਹੀਆਂ ਨੇ। ਕਹਿੰਦੇ ਫਿਰ ਹੌਲੀ ਹੌਲੀ ਜਿਹੜੀ ਉਹ ਪਾਲਕੀ ਹੁੰਦੀ ਆ ਉੱਥੇ ਗੁਰੂ ਨਾਨਕ ਦੇਵ ਜੀ ਪਹੁੰਚਦੇ ਨੇ ਅਤੇ ਪਾਲਕੀ ਦੇ ਸਾਰੇ ਪਰਦੇ ਚੁੱਕ ਹੋ ਜਾਂਦੇ ਨੇ। ਜਿੱਥੇ ਸਮਝਦੇ ਸੀ ਸਾਰੇ ਨਾ ਕਿ ਵੀ ਸ਼ਾਇਦ ਅੱਲਾ ਵਿੱਚ ਆ, ਉੱਥੇ ਜਾ ਕੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਬਿਰਾਜਮਾਨ ਹੁੰਦੇ ਨੇ। ਕਹਿੰਦੇ ਇਹ ਸਭ ਕੁਛ ਤੱਕ ਕੇ ਮੇਰਾ ਮਨ ਪਿਘਲ ਗਿਆ। ਵਾਹਿਗੁਰੂ ਜੀ ਵਾਹਿਗੁਰੂ ਜੀ। ਕਹਿੰਦੇ ਕਿਸ ਤਰ੍ਹਾਂ ਸੁਪਨੇ ਵਿੱਚ ਆ ਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੇ ਮਨ ਨੂੰ ਪੱਕਾ ਕੀਤਾ, ਮੇਰੀ ਅਰਦਾਸ ਸੁਣੀ। ਪਰ ਕਹਿੰਦੇ ਮੇਰੀ ਹੈਰਾਨੀ ਦੀ ਗੱਲ ਇਹ ਰਹੀ ਹੈ ਕਿ ਮੈਂ ਜਿੰਨੀਆਂ ਵੀ ਫੋਟੋਆਂ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਦੇਖੀਆਂ ਨੇ ਹੁਣ ਤੱਕ ਬਣੀਆਂ, ਜਿਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਇਹ ਦਰਸ਼ਨ ਮੈਨੂੰ ਮੇਰੇ ਸੁਪਨੇ 'ਚ ਹੋਏ, ਜਿਵੇਂ ਤੇ ਗੁਰੂ ਨਾਨਕ ਪਾਤਸ਼ਾਹ ਉੱਥੇ ਦਿਸੇ, ਉਸ ਤਰ੍ਹਾਂ ਦਾ ਚਿਹਰਾ ਕਿਸੇ ਵੀ ਫੋਟੋ ਵਿੱਚ ਨਹੀਂ ਹੈ। ਕਹਿੰਦੇ ਮੇਰਾ ਮਨ ਲੱਭਦਾ ਸੀ ਵੀ ਸ਼ਾਇਦ ਕਿਸੇ ਫੋਟੋ ਦੇ ਵਿੱਚ ਉਹ ਚਿਹਰਾ ਹੋਏ, ਪਰ ਗੁਰੂ ਨਾਨਕ ਦੇਵ ਜੀ ਦੀ ਕਹਿੰਦੇ ਕਿਸੇ ਵੀ ਹੁਣ ਤੱਕ ਬਣੀ ਤਸਵੀਰ ਵਿੱਚ ਉਹ ਚਿਹਰਾ ਮੈਨੂੰ ਨਹੀਂ ਦਿਸਿਆ। ਇਸ ਤਰ੍ਹਾਂ ਫਿਰ ਇਹਨਾਂ ਦਾ ਮਨ ਹੌਲੀ ਹੌਲੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੇਵਕ ਬਣਨ ਵੱਲ ਵੱਧਦਾ ਗਿਆ। ਹੌਲੀ ਹੌਲੀ ਆਪਾਂ ਹੋਰ ਘਟਨਾਵਾਂ ਦਾ ਵੀ ਜ਼ਿਕਰ ਕਰਾਂਗੇ। ਕਿਸ ਤਰ੍ਹਾਂ ਉਸ ਸਮੇਂ ਜੋ ਵੀ ਅਰਬ ਦੇਸ਼ ਦੇ ਵਿੱਚ ਰਹਿ ਰਹੀ ਸੀ ਸੰਗਤ, ਗੁਰੂ ਨਾਨਕ ਪਾਤਸ਼ਾਹ ਜੀ ਨੂੰ ਅੱਲਾ ਦਾ ਰੂਪ ਮੰਨਦੀ ਸੀ, ਅੱਲਾ ਹੀ ਮੰਨਦੀ ਸੀ। ਕਿੰਨਾ ਪ੍ਰੇਮ ਸੀ। ਬਹੁਤ ਦੰਗ ਰਹਿ ਜਾਈਦਾ ਗੱਲਾਂ ਸੁਣ ਕੇ, ਪੜ੍ਹ ਕੇ। ਅਥਾਹ ਪ੍ਰੇਮ ਸੀ ਗੁਰੂ ਨਾਨਕ ਪਾਤਸ਼ਾਹ ਜੀ ਨਾਲ ਸੰਗਤ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।